ਓਮ ਸ਼ਾਂਤੀ। ਅੱਜ ਪਿਆਰੇ ਬਾਪ ਦਾਦਾ ਦੇ 17/6/2021 ਦੇ ਮਹਾਵਚਨ ਪਿਆਰੇ ਬਾਪ ਦਾਦਾ ਨੇ ਆਪਣੇ ਪਿਆਰੇ ਪਿਆਰੇ ਬੱਚਿਆਂ ਨੂੰ ਕਿਹਾ, ਮਿੱਠੇ ਬੱਚੇ, ਤੁਸੀਂ ਪਰਲੌਕਿਕ ਬਾਪ ਨੂੰ ਯਥਾਰਥ ਰੀਤੀ ਜਾਣਦੇ ਹੋ, ਇਸ ਲਈ ਤੁਹਾਨੂੰ ਹੀ ਸੱਚੇ ਪ੍ਰੀਤ ਬੁੱਧੀ ਅਤੇ ਆਸਤਿਕ ਕਹਾਂਗੇ। ਪ੍ਰਸ਼ਨ ਹੈ, ਬਾਪ ਦੇ ਕਿਸ ਕੰਮ ਤੋਂ ਸਿੱਧ ਹੁੰਦਾ ਹੈ ਕਿ ਉਹ ਭਗਤਾਂ ਦਾ ਰਕਸ਼ਕ ਹੈ? ਉੱਤਰ ਹੈ, ਸਾਰੇ ਭਗਤਾਂ ਨੂੰ ਰਾਵਣ ਦੀ ਜੇਲ੍ਹ ਤੋਂ ਛੁਡਾਉਣਾ, ਇਨਸਾਲਵੈਂਟ ਤੋਂ ਸਾਲਵੈਂਟ ਬਣਾਉਣਾ, ਇਹ ਇੱਕ ਬਾਪ ਦਾ ਹੀ ਕੰਮ ਹੈ। ਜੋ ਪੁਰਾਣੇ ਭਗਤ ਹਨ, ਉਹਨਾਂ ਨੂੰ ਬ੍ਰਾਹਮਣ ਬਣਾ ਕੇ ਦੇਵਤਾ ਬਣਾ ਦੇਣਾ, ਇਹੀ ਉਹਨਾਂ ਦੀ ਰਕਸ਼ਾ ਹੈ। ਭਗਤਾਂ ਦਾ ਰਕਸ਼ਕ ਆਇਆ ਹੈ ਆਪਣੇ ਸਾਰੇ ਭਗਤਾਂ ਨੂੰ ਮੁਕਤੀ, ਜੀਵਨ ਮੁਕਤੀ ਦੇਣ ਦੇ ਲਈ। गीत है, भोलानाथ से निराला कोई और नहीं। ओम शांति। ਇਹ ਕਿਸ ਦੀ ਮਹਿਮਾ ਸੁਣੀ ਬੱਚਿਆਂ ਨੇ? ਗਾਇਆ ਜਾਂਦਾ ਹੈ ਉੱਚੇ ਤੇ ਉੱਚਾ ਭਗਵਾਨ, ਅਤੇ ਭਗਵਾਨ ਨੂੰ ਵੀ ਬਾਪ ਕਿਹਾ ਜਾਂਦਾ ਹੈ। ਉਹੀ ਇਸ ਸਾਰੀ ਰਚਨਾ ਦਾ ਰਚయిਤਾ ਹੈ। ਜਿਵੇਂ ਲੌਕਿਕ ਬਾਪ ਵੀ ਰਚయిਤਾ ਹੈ ਆਪਣੀ ਰਚਨਾ ਦਾ। ਪਹਿਲਾਂ ਕੰਨਿਆ ਨੂੰ ਆਪਣੀ ਇਸਤਰੀ ਬਣਾਉਂਦੇ, ਫਿਰ ਉਸ ਤੋਂ ਰਚਨਾ ਰਚਦੇ ਹਨ। 5-7 ਬੱਚੇ ਪੈਦਾ ਕਰਦੇ ਹਨ। ਉਹਨਾਂ ਨੂੰ ਕਿਹਾ ਜਾਵੇਗਾ ਰਚਨਾ। ਬਾਪ ਠਹਿਰਿਆ ਰਚయిਤਾ, ਉਹ ਹੱਦ ਦੇ ਰਚయిਤਾ ਠਹਿਰੇ। ਇਹ ਵੀ ਬੱਚੇ ਜਾਣਦੇ ਹਨ, ਰਚਨਾ ਨੂੰ ਰਚయిਤਾ ਬਾਪ ਤੋਂ ਵਰਸਾ ਮਿਲਦਾ ਹੈ। ਮਨੁੱਖਾਂ ਨੂੰ 2 ਬਾਪ ਤਾਂ ਹੁੰਦੇ ਹੀ ਹਨ, ਇੱਕ ਲੌਕਿਕ, ਦੂਸਰਾ ਪਰਲੌਕਿਕ। ਬੱਚਿਆਂ ਨੂੰ ਸਮਝਾਇਆ ਹੈ, ਗਿਆਨ ਅਤੇ ਭਗਤੀ ਅਲੱਗ-ਅਲੱਗ ਹੈ। ਫਿਰ ਹੈ ਵੈਰਾਗ। ਇਸ ਸਮੇਂ ਤੁਸੀਂ ਬੱਚੇ ਸੰਗਮ ਯੁੱਗ ਤੇ ਬੈਠੇ ਹੋ, ਬਾਕੀ ਸਾਰੇ ਹਨ ਕਲਯੁਗ ਵਿੱਚ। ਹੈ ਤਾਂ ਸਾਰੇ ਬੱਚੇ, ਪਰੰਤੂ ਤੁਸੀਂ ਬੇਹੱਦ ਦੇ ਬਾਪ ਨੂੰ ਜਾਣਿਆ ਹੈ, ਜੋ ਸਾਰੀ ਰਚਨਾ ਦਾ ਰਚయిਤਾ ਹੈ। ਲੌਕਿਕ ਬਾਪ ਹੁੰਦੇ ਵੀ ਉਸ ਪਰਲੌਕਿਕ ਬਾਪ ਨੂੰ ਯਾਦ ਕਰਦੇ ਹਨ। ਸਤਯੁਗ ਵਿੱਚ ਲੌਕਿਕ ਬਾਪ ਹੁੰਦੇ, ਪਰਲੌਕਿਕ ਬਾਪ ਨੂੰ ਕੋਈ ਵੀ ਯਾਦ ਨਹੀਂ ਕਰਦੇ। ਕਿਉਂ ਨਹੀਂ ਕਰਦੇ? ਕਿਉਂਕਿ ਉਹ ਹੈ ਹੀ ਸੁਖਧਾਮ। ਉਸ ਪਰਲੌਕਿਕ ਬਾਪ ਨੂੰ ਦੁੱਖ ਵਿੱਚ ਯਾਦ ਕਰਦੇ ਹਨ। ਇੱਥੇ ਪੜ੍ਹਾਇਆ ਜਾਂਦਾ ਹੈ, ਮਨੁੱਖਾਂ ਨੂੰ ਸਮਝਦਾਰ ਬਣਾਇਆ ਜਾਂਦਾ ਹੈ। ਭਗਤੀ ਮਾਰਗ ਵਿੱਚ ਮਨੁੱਖ ਬਾਪ ਨੂੰ ਜਾਣਦੇ ਨਹੀਂ, ਕਹਿੰਦੇ ਵੀ ਹਨ ਪਰਮ ਪਿਤਾ ਪਰਮਾਤਮਾ, ਹੇ ਗॉड ਫਾਦਰ, ਹੇ ਦੁੱਖ ਹਰਤਾ ਸੁਖ ਕਰਤਾ। ਫਿਰ ਕਹਿ ਦਿੰਦੇ ਸਰਵਿਆਪੀ ਹੈ। ਪੱਥਰ ਵਿੱਚ, ਕਣ-ਕਣ, ਕੁੱਤੇ ਬਿੱਲੀ ਸਭ ਵਿੱਚ ਹੈ। ਪਰਮਾਤਮਾ ਬਾਪ ਨੂੰ ਗਾਲਾਂ ਕੱਢਣ ਲੱਗ ਪੈਂਦੇ ਹਨ। ਇਹ ਵੀ ਗਾਲਾਂ ਦੇਣਾ ਹੈ ਨਾ। ਤੁਸੀਂ ਬਾਪ ਦੇ ਬਣੇ ਹੋ ਤਾਂ ਤੁਸੀਂ ਹੋ ਗਏ ਆਸਤਿਕ। ਤੁਹਾਡੀ ਹੈ ਬਾਪ ਦੇ ਨਾਲ ਪ੍ਰੀਤ ਬੁੱਧੀ, ਬਾਕੀ ਸਭ ਦੀ ਬਾਪ ਨਾਲ ਵਿਪਰੀਤ ਬੁੱਧੀ। ਤੁਸੀਂ ਜਾਣਦੇ ਹੋ ਇਹ ਮਹਾਭਾਰਤ ਲੜਾਈ ਸਾਹਮਣੇ ਖੜੀ ਹੈ। ਪੁਰਾਣੀ ਦੁਨੀਆ ਦੇ ਵਿਨਾਸ਼ ਅਰਥ ਹਰ 5000 ਸਾਲ ਬਾਅਦ ਕਲਯੁਗੀ ਪਤਿਤ ਦੁਨੀਆ ਪੂਰੀ ਹੋ ਕੇ ਫਿਰ ਸਤਯੁਗੀ ਪਾਵਨ ਦੁਨੀਆ ਸਥਾਪਨ ਹੁੰਦੀ ਹੈ ਬਾਪ ਦੁਆਰਾ। ਜਿਸਨੂੰ ਹੀ ਯਾਦ ਕਰਦੇ ਹੋ, ਹੇ ਪਤਿਤ ਪਾਵਨ ਆਓ। ਤੁਹਾਨੂੰ ਉਹ ਆ ਕੇ ਹੁਣ ਪਾਵਨ ਬਣਾ ਰਹੇ ਹਨ। ਤੁਸੀਂ ਕਿਤੇ ਵੀ ਧੱਕੇ ਨਹੀਂ ਖਾਂਦੇ ਹੋ। ਬਾਬਾ ਕੋਈ ਤੁਹਾਨੂੰ ਧੱਕੇ ਨਹੀਂ ਖਿਲਾਉਂਦੇ, ਕੋਈ ਭਗਤੀ ਮਾਰਗ ਵਿੱਚ ਦਰ-ਦਰ ਭਟਕਣਾ ਨਹੀਂ ਸਿਖਾ ਰਹੇ। ਬਾਬਾ ਕਹਿ ਰਹੇ ਮੈਂ ਤੁਹਾਨੂੰ ਪਾਵਨ ਬਣਾ ਰਿਹਾ ਹਾਂ। ਇਸ ਤਰ੍ਹਾਂ ਨਹੀਂ ਕਹਿੰਦੇ ਕਿ ਕੋਈ ਤੀਰਥਾਂ 'ਤੇ ਜਾਓ, ਕੁੰਭ ਦੇ ਮੇਲੇ 'ਤੇ ਜਾਓ, ਨਹੀਂ।
ਇਹ ਨਦੀਆਂ ਕੋਈ ਪਤਿਤ ਪਾਵਨੀ ਨਹੀਂ ਹਨ। ਪਤਿਤ ਪਾਵਨ ਤਾਂ ਇੱਕ ਗਿਆਨ ਦਾ ਸਾਗਰ ਬਾਪ ਹੈ। ਸਾਗਰ व ਨਦੀਆਂ ਨੂੰ ਕੋਈ ਯਾਦ ਨਹੀਂ ਕਰਦੇ, ਪੁਕਾਰਦੇ ਹਨ ਬਾਪ ਨੂੰ। ਹੇ ਪਤਿਤ ਪਾਵਨ ਬਾਬਾ, ਸਾਨੂੰ ਆ ਕੇ ਪਾਵਨ ਬਣਾਓ। ਬਾਕੀ ਪਾਣੀ ਦੀਆਂ ਨਦੀਆਂ ਤਾਂ ਸਾਰੀ ਦੁਨੀਆ ਵਿੱਚ ਹਨ, ਉਹ ਕੋਈ ਪਤਿਤ ਪਾਵਨੀ ਥੋੜ੍ਹੇ ਹੀ ਹਨ। ਅਗਲੀ ਪੁਆਇੰਟ ਵਿੱਚ ਫਿਰ ਬਾਬਾ ਕਹਿ ਰਹੇ ਕਿ ਬਾਪ ਆ ਕੇ ਸੈਕਿੰਡ ਵਿੱਚ ਸੀੜੀ ਚੜ੍ਹਾ ਕੇ ਸ਼ਾਂਤੀ ਧਾਮ ਸੁਖ ਧਾਮ ਵਿੱਚ ਲੈ ਜਾਂਦੇ ਹਨ। ਫਿਰ 84 ਦਾ ਚੱਕਰ ਲਗਾ ਕੇ ਸੀੜੀ ਉਤਰਦੇ ਹੋ। 84 ਜਨਮ ਕੋਈ ਨੇ ਜ਼ਰੂਰ ਲਏ ਹੋਣਗੇ ਨਾ। ਮੁੱਖ ਹੈ ਹੀ ਸਰਵ ਸ਼ਾਸਤਰਮਈ ਸ਼ਿਰੋਮਣੀ ਗੀਤਾ, ਸ਼੍ਰੀਮਦ ਭਗਵਤ ਮਨਾ ਭਗਵਾਨ ਦੀ ਗਾਈ ਹੋਈ। ਪਰੰਤੂ ਭਗਵਾਨ ਕਿਸ ਨੂੰ ਕਿਹਾ ਜਾਂਦਾ, ਇਹ ਪਤਿਤ ਮਨੁੱਖ ਨਹੀਂ ਜਾਣਦੇ। ਪਤਿਤ ਪਾਵਨ ਸਾਰਿਆਂ ਦਾ ਸਦਗਤੀ ਦਾਤਾ ਇੱਕ ਨਿਰਾਕਾਰ ਸ਼ਿਵ ਹੀ ਹੈ, ਪਰੰਤੂ ਉਹ ਕਦੋਂ ਆਇਆ ਇਹ ਕੋਈ ਵੀ ਨਹੀਂ ਜਾਣਦੇ। ਬਾਪ ਆਪੇ ਹੀ ਆ ਕੇ ਆਪਣੀ ਪਛਾਣ ਦਿੰਦੇ ਹਨ। ਹੁਣ ਦੇਖੋ, ਇਹ ਬੱਚੇ ਅਤੇ ਬੱਚੀਆਂ ਦੋਵੇਂ ਬਾਬਾ ਕਹਿੰਦੇ ਹਨ ਨਾ। ਗਾਇਆ ਵੀ ਜਾਂਦਾ ਤੋ ਮਾਤ ਪਿਤਾ ਹਮ ਬਾਲਕ ਤੇਰੇ, ਤਾਂ ਤੁਹਾਨੂੰ ਆ ਕੇ ਰਾਜਯੋਗ ਸਿੱਖਣ ਦੇ ਨਾਲ ਸੁੱਖ ਕਨੇਰੇ ਵੀ ਮਿਲਦੇ ਹਨ। ਤੁਸੀਂ ਇੱਥੇ ਆਉਂਦੇ ਹੋ ਬੇਹੱਦ ਦੇ ਬਾਪ ਤੋਂ ਸਵਰਗ ਦੇ 21 ਜਨਮਾਂ ਦਾ ਵਰਸਾ ਪਾਉਣ ਦੇ ਲਈ। ਹੁਣ ਸ਼ਿਵ ਜਯੰਤੀ ਵੀ ਭਾਰਤ ਵਿੱਚ ਮਨਾਉਂਦੇ, ਰਾਵਣ ਵੀ ਭਾਰਤ ਵਿੱਚ ਹੀ ਦਿਖਾਉਂਦੇ, ਪਰੰਤੂ ਕੋਈ ਵੀ ਅਰਥ ਨਹੀਂ ਜਾਣਦੇ। ਸ਼ਿਵ ਸਾਡਾ ਬਾਪ ਹੈ, ਬੇਹੱਦ ਦਾ ਬਾਪ ਹੈ, ਇਹ ਇੱਕ ਵੀ ਨਹੀਂ ਜਾਣਦੇ। ਸ਼ਿਵ ਦੀ ਪੂਜਾ ਤਾਂ ਕਰਦੇ ਰਹਿੰਦੇ ਹਨ। ਹੁਣ ਬਾਪ ਸਮਝਾਉਂਦੇ ਹਨ ਕਿ ਪਹਿਲਾਂ ਤੁਸੀਂ ਸਵਰਗ ਦੇ ਮਾਲਿਕ ਸੀ, ਹੁਣ ਤੁਸੀਂ 84 ਜਨਮ ਭੋਗ ਨਰਕਵਾਸੀ ਬਣੇ ਹੋ। ਮੈਂ ਆਇਆ ਹਾਂ ਰਾਜਯੋਗ ਸਿਖਾ ਕੇ ਮਨੁੱਖ ਤੋਂ ਦੇਵਤਾ, ਪਤਿਤ ਤੋਂ ਪਾਵਨ ਬਣਾਉਂਦਾ ਹਾਂ। ਭਗਤੀ ਅਰਥਾਤ ਬ੍ਰਹਮਾ ਦੀ ਰਾਤ, ਗਿਆਨ ਅਰਥਾਤ ਬ੍ਰਹਮਾ ਦਾ ਦਿਨ। ਤੁਸੀਂ ਬ੍ਰਹਮਾ ਕੁਮਾਰ ਕੁਮਾਰੀਆਂ ਦਿਨ ਵਿੱਚ ਜਾਂਦੇ ਹੋ। ਇਸ ਪੁਰਾਣੀ ਦੁਨੀਆ ਨੂੰ ਹੁਣ ਅੱਗ ਲੱਗਣੀ ਹੈ। ਬਰੋਬਰ ਮਹਾਭਾਰਤ ਲੜਾਈ ਹੈ ਨਾ। ਬਰੋਬਰ ਇਸ ਮਹਾਭਾਰਤ ਲੜਾਈ ਤੋਂ ਬਾਅਦ ਭਾਰਤ ਸਵਰਗ ਬਣ ਜਾਂਦਾ ਹੈ। ਅਨੇਕ ਧਰਮ ਵਿਨਾਸ਼ ਹੋ ਇੱਕ ਸੱਤ ਧਰਮ ਦੀ ਸਥਾਪਨਾ ਹੁੰਦੀ ਹੈ। ਤੁਸੀਂ ਬੱਚੇ ਬਾਬਾ ਦੇ ਮਦਦਗਾਰ ਬਣ ਆਦਿ ਸਨਾਤਨ ਦੇਵੀ ਦੇਵਤਾ ਧਰਮ ਦੀ ਸਥਾਪਨਾ ਕਰ ਰਹੇ ਹੋ। ਬਾਬਾ ਅੱਗੇ ਕਹਿ ਰਹੇ ਕਿ ਬਾਬਾ ਨੇ ਕਿਹਾ ਕਿ ਤੁਸੀਂ ਬੱਚੇ ਮਦਦਗਾਰ ਬਣਦੇ ਹੋ ਤਾਂ ਤੁਸੀਂ ਸਵਰਗ ਦੇ ਮਾਲਿਕ ਬਣਨ ਦੇ ਲਾਇਕ ਬਣ ਜਾਓਗੇ ਤਾਂ ਵਿਨਾਸ਼ ਸ਼ੁਰੂ ਹੋ ਜਾਵੇਗਾ। ਵਿਨਾਸ਼ ਹੋਣ ਬਿਨਾਂ ਤਾਂ ਭਾਰਤ ਸਵਰਗ ਨਹੀਂ ਬਣ ਸਕਦਾ ਨਾ। ਭਾਰਤ ਮਾਤਾ ਸ਼ਿਵ ਸ਼ਕਤੀ ਸੇਨਾ ਗਾਈ ਜਾਂਦੀ ਹੈ, ਵੰਦਨਾ ਪਵਿੱਤਰ ਦੀ ਕੀਤੀ ਜਾਂਦੀ ਹੈ, ਤਾਂ ਤੁਸੀਂ ਮਾਤਾਵਾਂ ਨੂੰ ਵੰਦੇ ਮਾਤਰਮ ਕਿਹਾ ਜਾਂਦਾ ਹੈ, ਕਿਉਂਕਿ ਤੁਸੀਂ ਸ਼੍ਰੀਮਤ ਤੇ ਭਾਰਤ ਨੂੰ ਸਵਰਗ ਬਣਾਇਆ ਹੈ। ਬਾਬਾ ਮਾਤਾਵਾਂ ਦਾ ਮਹੱਤਵ ਦੱਸ ਰਹੇ ਕਿ ਮਾਤਾਵਾਂ ਨੇ ਭਾਰਤ ਨੂੰ ਸਵਰਗ ਬਣਾਇਆ। ਹੁਣ ਬਾਬਾ ਕਹਿੰਦੇ ਮੌਤ ਤਾਂ ਸਭ ਦੇ ਸਿਰ ਤੇ ਖੜਾ ਹੈ, ਇਸ ਲਈ ਹੁਣ ਇਹ ਇੱਕ ਜਨਮ ਪਵਿੱਤਰ ਬਣੋ ਅਤੇ ਬਾਪ ਨੂੰ ਯਾਦ ਕਰੋ ਤਾਂ ਤੁਸੀਂ ਸਤੋ ਪ੍ਰਧਾਨ ਬਣ ਜਾਓਗੇ। ਹੁਣ ਤੁਸੀਂ ਸ਼ੂਦਰ ਤੋਂ ਬ੍ਰਾਹਮਣ ਬਣ ਫਿਰ ਦੇਵਤਾ ਬਣੋਗੇ। ਇਹ ਕੋਈ ਨਵੀਂ ਗੱਲ ਨਹੀਂ ਹੈ। ਬਾਬਾ ਕਹਿ ਰਹੇ ਮੈਂ ਪਰਮ ਪਿਤਾ ਪਰਮਾਤਮਾ ਨਿਰਾਕਾਰ ਬਾਪ ਤੁਹਾਡਾ ਬਾਪ ਹਾਂ। ਇਹ ਸਰੀਰ ਜਿਸ ਦਾ ਇਸਨੇ ਆਧਾਰ ਲੈਤਾ, ਮਾਨਾ ਸ਼ਿਵ ਬਾਬਾ ਨੇ ਬ੍ਰਹਮਾ ਤਨ ਦਾ ਜੋ ਆਧਾਰ ਲਿਆ ਹੈ, ਇਹ ਕੋਈ ਭਗਵਾਨ ਨਹੀਂ ਹੈ। ਮਨੁੱਖਾਂ ਨੂੰ ਦੇਵਤਾ ਵੀ ਨਹੀਂ ਕਿਹਾ ਜਾ ਸਕਦਾ। ਤਾਂ ਬਾਬਾ ਕਹਿੰਦੇ ਤਾਂ ਮਨੁੱਖ ਨੂੰ ਭਗਵਾਨ ਕਿਵੇਂ ਕਹਿ ਸਕਦੇ? ਮਨੁੱਖਾਂ ਦੇ ਵਿੱਚ ਤਾਂ ਆਸੁਰੀ ਵ੍ਰਿਤੀਆਂ ਆ ਗਈਆਂ ਨਾ, ਤਾਂ ਦੇਵਤਾ ਨਹੀਂ ਕਹਿਲਾ ਸਕਦੇ, ਤਾਂ ਭਗਵਾਨ ਕਿਵੇਂ ਕਹਿਲਾ ਸਕਦੇ? ਬਾਬਾ ਸਮਝਾਉਂਦੇ ਤੁਸੀਂ 84 ਜਨਮ ਲੈਂਦੇ ਲੈਂਦੇ ਸੀੜੀ ਨੀਚੇ ਉਤਰਦੇ ਆਏ ਹੋ। ਉੱਪਰ ਕੋਈ ਜਾ ਨਹੀਂ ਸਕਦਾ।
ਸਾਰੇ ਪਤਿਤ ਬਣਨ ਦਾ ਰਸਤਾ ਹੀ ਦੱਸਦੇ, ਖੁਦ ਵੀ ਪਤਿਤ ਬਣਦੇ। ਹੁਣ ਬਾਪ ਕਹਿੰਦੇ ਉਹਨਾਂ ਦਾ ਵੀ ਉਧਾਰ ਕਰਨ ਲਈ ਮੈਨੂੰ ਆਉਣਾ ਪੈਂਦਾ ਹੈ। ਹੁਣ ਤੁਸੀਂ ਬੱਚੇ ਜਾਣਦੇ ਹੋ, ਮਿੱਠੇ ਮਿੱਠੇ ਸ਼ਿਵ ਬਾਬਾ ਤੋਂ ਅਸੀਂ 21 ਜਨਮਾਂ ਦਾ ਸੁੱਖ ਦਾ ਵਰਸਾ ਲੈਣ ਲਈ ਆਏ ਹਾਂ। ਵਿਸ਼ਵ ਦਾ ਮਾਲਿਕ ਬਣਦੇ ਹਾਂ ਯੋਗ ਬਲ ਨਾਲ। ਕੋਈ ਹਥਿਆਰ ਆਦਿ ਦੀ ਗੱਲ ਨਹੀਂ, ਤਾਂ ਬਾਪ ਨਾਲ ਯੋਗ ਲਗਾ ਕੇ ਵਿਕਰਮ ਵਿਨਾਸ਼ ਕਰ ਵਿਸ਼ਨੂਪੁਰੀ ਦੇ ਮਾਲਿਕ ਬਣਦੇ ਹਾਂ। ਉੱਥੇ ਕਦੇ ਵੀ ਅਕਾਲੇ ਮ੍ਰਿਤੂ ਨਹੀਂ ਹੋਵੇਗਾ, ਦੁੱਖ ਵੀ ਨਹੀਂ ਹੋਵੇਗਾ। ਬਾਬਾ ਕਹਿ ਰਹੇ ਤੁਸੀਂ ਜਾਣਦੇ ਹੋ ਕਿ ਸ਼੍ਰੀਮਤ ਤੇ ਬੇਹੱਦ ਦੇ ਬਾਪ ਤੋਂ ਸ੍ਰੇਸ਼ਟ ਤੇ ਸ੍ਰੇਸ਼ਟ ਦੇਵੀ ਦੇਵਤਾ ਬਣਦੇ ਹੋ। ਬਾਬਾ ਕਹਿੰਦੇ ਬ੍ਰਹਮਾ ਦੁਆਰਾ ਮੈਂ ਤੁਹਾਨੂੰ ਸਾਰੀ ਰਚਨਾ ਦੇ ਆਦਿ ਮੱਧ ਅੰਤ ਦਾ ਗਿਆਨ ਸੁਣਾ ਰਿਹਾ ਹਾਂ। ਮੈਂ ਹੀ ਗਿਆਨ ਸਾਗਰ ਹਾਂ। ਗਾਉਂਦੇ ਵੀ ਹਨ ਗਿਆਨ ਸੂਰਯ ਪ੍ਰਗਟਾ, ਅਗਿਆਨ ਅੰਧੇਰ ਵਿਨਾਸ਼। ਬਾਬਾ ਦੀ ਯਾਦ ਨਾਲ ਹੀ ਵਿਕਰਮ ਵਿਨਾਸ਼ ਹੋਣਗੇ। ਹੋਰ ਕੋਈ ਰਸਤਾ ਹੀ ਨਹੀਂ ਹੈ ਪਤਿਤ ਤੋਂ ਪਾਵਨ ਬਣਨ ਦਾ। ਯਾਦ ਨਾਲ ਖਾਦ ਭਸਮ ਹੁੰਦੀ ਹੈ ਨਾ। ਤੁਸੀਂ ਸਤੋ ਪ੍ਰਧਾਨ ਸੀ ਤਾਂ ਤੁਹਾਡੇ ਵਿੱਚ ਫਿਰ ਖਾਦ ਪੈ ਗਈ ਤਾਂ ਤਮੋ ਪ੍ਰਧਾਨ ਬਣ ਗਏ। ਹੁਣ ਸਤੋ ਪ੍ਰਧਾਨ ਬਣਨਾ ਪਵੇ ਤਾਂ ਸਤਯੁਗ ਵਿੱਚ ਜਾ ਸਕੋਗੇ। ਬਾਪ ਕਹਿੰਦੇ ਕੋਈ ਵੀ ਦੇਹਧਾਰੀ ਨੂੰ ਯਾਦ ਨਾ ਕਰੋ। ਗ੍ਰਸਤ ਵਿਵਹਾਰ ਵਿੱਚ ਰਹਿੰਦੇ ਇੱਕ ਬਾਪ ਦੇ ਸਿਵਾਏ ਹੋਰ ਕੋਈ ਵੀ ਯਾਦ ਨਾ ਕਰੋ ਤਾਂ ਤੁਸੀਂ ਸਵਰਗਪੁਰੀ ਦਾ ਮਾਲਿਕ ਬਣ ਜਾਓਗੇ। ਅੱਛਾ, ਮਿੱਠੇ ਮਿੱਠੇ ਸਿੱਕੀ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ ਹੈ। ਪਹਿਲਾ ਪੁਆਇੰਟ, ਸ਼੍ਰੀਮਤ ਤੇ ਚੱਲ ਕੇ ਸ੍ਰੇਸ਼ਟ ਤੇ ਸ੍ਰੇਸ਼ਟ ਦੇਵਤਾ ਬਣਨਾ ਹੈ। ਸਾਰੇ ਵਿਸ਼ਵ ਦੀ ਸੱਚੀ ਸੱਚੀ ਰੂਹਾਨੀ ਸੇਵਾ ਕਰਨੀ ਹੈ। ਆਦਿ ਸਨਾਤਨ ਦੇਵੀ ਦੇਵਤਾ ਧਰਮ ਦੀ ਸਥਾਪਨਾ ਵਿੱਚ ਬਾਪ ਦਾ ਪੂਰਾ ਮਦਦਗਾਰ ਬਣਨਾ ਹੈ। ਦੂਸਰਾ, ਆਤਮਾ ਨੂੰ ਸੱਚਾ ਸੋਨਾ ਬਣਾਉਣ ਦੇ ਲਈ ਇੱਕ ਬਾਪ ਦੇ ਸਿਵਾਏ ਕੋਈ ਵੀ ਦੇਹਧਾਰੀ ਨੂੰ ਯਾਦ ਨਹੀਂ ਕਰਨਾ ਹੈ, ਪਰ ਲੌਕਿਕ ਬਾਪ ਨਾਲ ਸੱਚੀ ਸੱਚੀ ਪ੍ਰੀਤ ਰੱਖਣੀ ਹੈ। ਵਰਦਾਨ ਹੈ, ਅੰਤਰਮੁਖੀ ਬਣ ਆਪਣੇ ਸਮੇਂ ਅਤੇ ਸੰਕਲਪਾਂ ਦੀ ਬੱਚਤ ਕਰਨ ਵਾਲੇ ਵਿਘਨ ਜੀਤ ਭਵ। ਕੋਈ ਵੀ ਨਵੀਂ ਪਾਵਰਫੁਲ ਇਨਵੈਂਸ਼ਨ ਮਾਨਾ ਖੋਜ ਕਰਦੇ ਹੋ ਤਾਂ ਅੰਡਰਗਰਾਉਂਡ ਹੋ ਕੇ ਕਰਦੇ ਹਨ ਨਾ। ਹੁਣ ਤੁਸੀਂ ਵੀ ਜਿੰਨਾ ਅੰਤਰਮੁਖੀ ਅਰਥਾਤ ਅੰਡਰਗਰਾਉਂਡ ਰਹੋਗੇ ਓਨਾ ਵਾਯੂਮੰਡਲ ਤੋਂ ਬਚਾਵ ਹੋਵੇਗਾ, ਮਨਨ ਸ਼ਕਤੀ ਵਧੇਗੀ ਅਤੇ ਮਾਇਆ ਦੇ ਵਿਘਨਾਂ ਤੋਂ ਵੀ ਬਚ ਜਾਓਗੇ। ਬਾਹਰ ਮੁਕਤਾ ਵਿੱਚ ਆਉਂਦੇ ਵੀ ਅੰਤਰਮੁਖ ਹਰਸ਼ਿਤ ਮੁਖ ਆਕਰਸ਼ਣ ਮੂਰਤ ਰਹੋ। ਕਰਮ ਕਰਦੇ ਵੀ ਇਹ ਪ੍ਰੈਕਟਿਸ ਕਰੋ ਤਾਂ ਸਮੇਂ ਦੀ ਬਚਤ ਹੋਵੇਗੀ ਅਤੇ ਸਫਲਤਾ ਵੀ ਜ਼ਿਆਦਾ ਅਨੁਭਵ ਕਰੋਗੇ। ਸਲੋਗਨ, ਬਿਮਾਰੀ ਤੋਂ ਘਬਰਾਓ ਨਹੀਂ, ਉਸ ਨੂੰ ਦਵਾਈ ਰੂਪੀ ਫਰੂਟ ਖਵਾ ਕੇ ਵਿਦਾਈ ਦੇ ਦਵੋ। ਅੱਛਾ, ਓਮ ਸ਼ਾਂਤੀ।